ਮੇਰਾ ਨਾਮ ਨੇਹਾ ਹੈ ਅਤੇ ਮੇਰੀ ਉਮਰ 26 ਸਾਲ ਹੈ। ਮੇਰੀ ਇੱਕ 17 ਸਾਲ ਦੀ ਨਣਦ ਅਚਾਨਕ ਗਰਭਵਤੀ ਹੋ ਗਈ। ਅਚਾਨਕ ਸਾਰੇ ਘਰ ਵਿੱਚ ਰੌਲਾ ਪੈ ਗਿਆ। ਜਦੋਂ ਵੀ ਉਸ ਨੂੰ ਪੁੱਛਿਆ ਜਾਂਦਾ ਕਿ ਇਹ ਸਭ ਕਿਸ ਨੇ ਕੀਤਾ ਤਾਂ ਉਹ ਡਰ ਕੇ ਕੁਝ ਨਹੀਂ ਕਹਿੰਦੀ। ਮੇਰੀ ਸੱਸ ਉਸ ਨੂੰ ਆਪਣੇ ਨਾਲ ਕਮਰੇ ਵਿੱਚ ਲੈ ਜਾਂਦੀ ਅਤੇ ਉਸ ਨੂੰ ਆਪਣੇ ਕੋਲ ਸੌਂਦੀ। ਇੱਕ ਰਾਤ ਜਦੋਂ ਮੇਰੇ ਪਤੀ ਦੇ ਸਿਰ ਵਿੱਚ ਦਰਦ ਹੋਇਆ ਤਾਂ ਮੈਂ ਦਰਦ ਦੀ ਦਵਾਈ ਲੈਣ ਆਪਣੀ ਨਣਦ ਦੇ ਕਮਰੇ ਵਿੱਚ ਗਈ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਮੇਰੀ 17 ਸਾਲ ਦੀ ਨਣਦ ਨਾਲ ਮੇਰੀ ਸੱਸ। ਮੇਰਾ ਨਾਮ ਨੇਹਾ ਹੈ। ਮੈਂ ਪਿੰਡ ਵਿੱਚ ਰਹਿੰਦੀ ਸੀ ਜਦੋਂ ਮੈਂ ਬਹੁਤ ਛੋਟੀ ਸੀ। ਮੇਰੀ ਮਾਂ ਦਾ ਦੇਹਾਂਤ ਹੋ ਗਿਆ ਸੀ। ਮੇਰੇ ਪਾਲਣ ਪੋਸ਼ਣ ਲਈ ਮੇਰੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਅਤੇ ਮੇਰੇ ਪਿਤਾ ਜੀ ਦੇ ਉਸ ਤੋਂ 3 ਬੱਚੇ, ਇੱਕ ਧੀ ਅਤੇ 2 ਪੁੱਤਰ ਸਨ। ਪਰ ਮੇਰੇ ਪਿਤਾ ਜੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ, ਕਿਉਂਕਿ ਮੇਰੇ ਪਿਤਾ ਜੀ ਸਵੇਰੇ ਜਾਂਦੇ ਤੇ ਸ਼ਾਮ ਨੂੰ ਆਉਂਦੇ ਸਨ। ਉਦੋਂ ਤੱਕ ਮੈਂ ਥੱਕ ਹਾਰ ਕੇ ਸੌਂ ਜਾਂਦੀ ਅਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਉਹ ਕੰਮ ਤੇ ਚਲੇ ਜਾਂਦੇ। ਮੇਰੀਆਂ ਭੈਣਾਂ ਅਤੇ ਭਰਾਵਾਂ ਦਾ ਵਿਵਹਾਰ ਵੀ ਮੇਰੇ ਨਾਲ ਬਹੁਤ ਚੰਗਾ ਨਹੀਂ ਸੀ। ਜਿਵੇਂ ਹੀ ਮੇਰੇ ਪਿਤਾ ਜੀ ਕੰਮ ਤੇ ਚਲੇ ਜਾਂਦੇ, ਮੇਰੀ ਮਤਰੇਈ ਮਾਂ ਮੈਨੂੰ ਚੀਕ ਕੇ ਜਗਾ ਦਿੰਦੀ, ਕਿੰਨਾ ਚਿਰ ਉੱਥੇ ਹੀ ਪਈ ਰਹੇਗੀ, ਉੱਠ ਜਾ, ਕਦੋਂ ਤੱਕ ਮੰਜੇ ਤੇ ਪਈ ਰਹੇਂਗੀ। ਜੇ ਤੂੰ ਜਲਦੀ ਉੱਠ ਕੇ ਘਰ ਦਾ ਕੰਮ ਨਹੀਂ ਕਰੇਗੀ ਤਾਂ ਕੀ ਤੇਰਾ ਪਿਓ ਕਰੂਗਾ। ਮੈਂ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰਦੀ, ਨਾਸ਼ਤਾ ਬਣਾ ਕੇ ਸਕੂਲ ਚਲੀ ਜਾਂਦੀ ਅਤੇ ਜਦੋਂ ਮੈਂ ਸਕੂਲ ਤੋਂ ਵਾਪਸ ਆਉਂਦੀ ਤਾਂ ਮੈਨੂੰ ਘਰ ਦੇ ਕੰਮ ਤੇ ਲਗਾ ਦਿੱਤਾ ਜਾਂਦਾ ਅਤੇ ਰਾਤ ਨੂੰ ਜਦੋਂ ਮੈਂ ਥੱਕ ਜਾਂਦੀ ਤਾਂ ਮੰਜੇ ਤੇ ਲੇਟ ਜਾਂਦੀ ਤੇ ਮੈਂ ਮਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਪਤਾ ਨਹੀਂ ਰੱਬ ਨੇ ਮੈਨੂੰ ਮਾਂ ਤੋਂ ਦੂਰ ਕਿਉਂ ਕਰ ਦਿੱਤਾ। ਜੇਕਰ ਮੇਰੀ ਮਾਂ ਹੁੰਦੀ ਤਾਂ ਮੇਰੇ ਨਾਲ ਅਜਿਹਾ ਸਲੂਕ ਕਦੇ ਨਾ ਕਰਦੀ। ਮੈਂ ਪਾਪਾ ਨੂੰ ਕਈ ਵਾਰ ਦੱਸਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਮੇਰੇ ਪਿਤਾ ਜੀ ਆਉਂਦੇ ਅਤੇ ਮੈਂ ਉਹਨਾਂ ਲਈ ਖਾਣਾ ਲੈ ਕੇ ਜਾਂਦੀ ਤਾਂ ਮਾਂ ਮੇਰੇ ਹੱਥੋਂ ਖਾਣਾ ਖੋਹ ਲੈਂਦੀ ਅਤੇ ਮੇਰੇ ਪਿਤਾ ਜੀ ਦੇ ਸਾਹਮਣੇ ਗੁੱਸੇ ਨਾਲ ਕਹਿੰਦੀ ਕਿ ਸਾਰਾ ਦਿਨ ਉੱਥੇ ਪਈ ਰਹਿੰਦੀ ਹੈ ਅਤੇ ਹੁਣ ਪਾਪਾ ਲਈ ਖਾਣਾ ਲੈ ਕੇ ਜਾ ਰਹੀ ਹੈ। ਚਲੀ ਜਾ ਇੱਥੋਂ ਤੇ ਜਾ ਕੇ ਸੌਂ ਜਾ। ਫਿਰ ਸਵੇਰੇ ਸਕੂਲ ਲਈ ਨਹੀਂ ਉੱਠਦੀ। ਹੁਣ ਮੇਰੇ ਬਾਰੇ ਪਿਤਾ ਜੀ ਨੂੰ ਸ਼ਿਕਾਇਤ ਕਰਦੀ। ਮੈਂ ਚੁੱਪਚਾਪ ਉੱਥੋਂ ਚਲੀ ਜਾਂਦੀ ਅਤੇ ਥੱਕੀ ਹੋਈ ਸੌਂ ਜਾਂਦੀ। ਮੇਰੇ ਪਿਤਾ ਜੀ ਵੀ ਮੇਰੀ ਮਾਂ ਦੀ ਗੱਲ ਸੁਣਦੇ ਸਨ। ਮੇਰੇ ਪਿਤਾ ਜੀ ਦਾ ਮੇਰੇ ਪ੍ਰਤੀ ਵਿਵਹਾਰ ਵੀ ਪਹਿਲਾਂ ਵਰਗਾ ਨਹੀਂ ਰਿਹਾ। ਮੈਂ ਰਾਤ ਨੂੰ ਬਹੁਤ ਰੋਂਦੀ ਅਤੇ ਰੱਬ ਨੂੰ ਪੁੱਛਦੀ ਕਿ ਮੈਂ ਇਸ ਸਭ ਤੋਂ ਕਦੋਂ ਮੁਕਤ ਹੋਵਾਂਗੀ ਅਤੇ ਮੈਂ ਸ਼ਾਂਤੀ ਦੀ ਜ਼ਿੰਦਗੀ ਕਦੋਂ ਜੀ ਸਕਾਂਗੀ। ਮੈਨੂੰ ਨਹੀਂ ਪਤਾ ਸੀ ਕਿ ਖੇਡਣ ਕੁੱਦਣ ਦੀ ਬਜਾਏ ਮੇਰਾ ਬਚਪਨ ਇਸੇ ਤਰ੍ਹਾਂ ਦੁਵਿਧਾ ਵਿੱਚ ਹੀ ਬੀਤ ਜਾਵੇਗਾ। ਇਹਨਾਂ ਹਾਲਾਤਾਂ ਨੇ ਮੈਨੂੰ ਆਪਣਾ ਸਮੇਂ ਤੋਂ ਪਹਿਲਾਂ ਹੀ ਵੱਡਾ ਕਰ ਦਿੱਤਾ ਸੀ। ਮੇਰੇ ਭੈਣ ਭਰਾ ਵੀ ਮੇਰੇ ਨਾਲ ਇਸੇ ਤਰ੍ਹਾਂ ਪੇਸ਼ ਆਉਂਦੇ ਸਨ। ਮੇਰੇ ਪਿਤਾ ਜੀ ਨੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਪੜ੍ਹਾਇਆ ਲਿਖਾਇਆ ਸੀ ਅਤੇ ਉਹਨਾਂ ਨੂੰ ਬਹੁਤ ਸਮਰਥ ਬਣਾਇਆ ਸੀ। ਮਾਂ ਨੂੰ ਇਸ ਗੱਲ ਤੇ ਵੀ ਮਾਣ ਸੀ ਕਿ ਉਸ ਨੇ 2 ਪੁੱਤਰਾਂ ਨੂੰ ਜਨਮ ਦਿੱਤਾ ਹੈ ਅਤੇ ਮੈਂ ਆਪਣੀ ਮਾਂ ਦੀ ਆਖਰੀ ਨਿਸ਼ਾਨੀ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਸਿਰਫ ਮੇਰੀ ਪਰਵਰਿਸ਼ ਲਈ ਦੁਬਾਰਾ ਵਿਆਹ ਕਰਨ ਲਈ ਰਾਜੀ ਹੋ ਗਏ ਸਨ। ਪਰ ਮੇਰੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ। ਮੇਰੀ ਦੂਜੀ ਮਾਂ ਨੇ ਮੇਰੇ ਨਾਲ ਕਦੇ ਵੀ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕੀਤਾ ਜਿਸ ਤਰ੍ਹਾਂ ਦਾ ਮੇਰੇ ਪਿਤਾ ਜੀ ਨੇ ਸੋਚਿਆ ਸੀ। ਇਸ ਦੇ ਉਲਟ ਉਹ ਮੈਨੂੰ ਮੇਰੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਇਸ ਹੱਦ ਤੱਕ ਗਲਤ ਸਾਬਤ ਕਰ ਸਕਦੀ ਹੈ ਕਿ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦੀ ਸੀ। ਆਖਰਕਾਰ ਇੱਕ ਮਤਰੇਈ ਮਾਂ ਹੀ ਹੁੰਦੀ ਹੈ। ਮੈਂ ਹੁਣ ਸਕੂਲ ਖਤਮ ਕਰ ਲਿਆ ਸੀ ਅਤੇ ਮੇਰੀ ਮਤਰੇਈ ਮਾਂ ਨੇ ਹੁਣ ਮੇਰੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਸਨ। ਉਹ ਮੇਰੇ ਲਈ ਇਹੋ ਜਿਹੇ ਅਜੀਬ ਰਿਸ਼ਤੇ ਲੱਭ ਰਹੀ ਸੀ ਜਿਵੇਂ ਉਹ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੋਵੇ। ਇਉਂ ਲੱਗ ਰਿਹਾ ਸੀ ਜਿਵੇਂ ਮੈਂ ਪਰਿਵਾਰ ਦੇ ਸਾਰੇ ਜੀਆਂ ਲਈ ਮੈਂ ਬੋਝ ਬਣ ਗਈ ਸੀ। ਹਰ ਕੋਈ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਮੈਨੂੰ ਨਹੀਂ ਪਤਾ ਕਿ ਮੈਂ ਉਹਨਾਂ ਦਾ ਕੀ ਬੁਰਾ ਕੀਤਾ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਸਭ ਮੇਰੇ ਨਾਲ ਕਿਉਂ ਹੋ ਰਿਹਾ ਹੈ। ਸ਼ਾਇਦ ਇਸ ਸਭ ਦਾ ਕਾਰਨ ਇਹ ਹੈ ਕਿ ਮੈਂ ਇੱਕ ਲੜਕੀ ਹਾਂ ਜਾਂ ਇਹ ਕਿ ਮੈਂ ਉਹਨਾਂ ਦੀ ਸਕੀ ਬੇਟੀ ਨਹੀਂ ਹਾਂ। ਮੇਰੇ ਭਰਾ ਮੇਰਾ ਮਜ਼ਾਕ ਉਡਾਉਂਦੇ ਸਨ ਅਤੇ ਆਪਣੀ ਪੜ੍ਹਾਈ ਤੇ ਮਾਣ ਕਰਦੇ ਸਨ ਅਤੇ ਮੇਰੀ ਮਾਂ ਹਮੇਸ਼ਾ ਉਹਨਾਂ ਦਾ ਸਾਥ ਦਿੰਦੀ ਅਤੇ ਕਦੇ ਵੀ ਮੇਰੇ ਭਰਾਵਾਂ ਨੂੰ ਮੇਰੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਡਿੱਗਣ ਨਹੀਂ ਦਿੰਦੀ ਸੀ ਅਤੇ ਹਮੇਸ਼ਾ ਮੇਰੀ ਬੇਇੱਜ਼ਤੀ ਕਰਦੀ ਰਹਿੰਦੀ ਸੀ। ਮੇਰੀ ਮਾਮੀ ਮੇਰੇ ਮਤਰੇਈ ਮਾਂ ਦੀ ਗੈਰ ਹਾਜ਼ਰੀ ਵਿੱਚ ਮੈਨੂੰ ਮਿਲਣ ਆਉਂਦੀ
ਅਤੇ ਕਹਿੰਦੀ ਕਿ ਬੇਟੀ ਸਬਰ ਰੱਖ, ਰੱਬ ਨੇ ਤੁਹਾਡੇ ਲਈ ਕੁਝ ਚੰਗਾ ਸੋਚਿਆ ਹੋਵੇਗਾ। ਉਹ ਮੇਰੇ ਤੇ ਹੋਏ ਸਾਰੇ ਅਤਿਆਚਾਰਾਂ ਤੋਂ ਜਾਣੂ ਸੀ ਅਤੇ ਉਹ ਹੀ ਸੀ ਜੋ ਮੇਰੇ ਸਭ ਤੋਂ ਨੇੜੇ ਸੀ, ਪਰ ਉਹ ਮੇਰੀ ਮਾਂ ਦੇ ਸਾਹਮਣੇ ਮੇਰੇ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਸੀ, ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਉਸਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ ਤਾਂ ਮੇਰੀ ਮਾਂ ਉਸਨੂੰ ਪਿਤਾ ਜੀ ਦੇ ਸਾਹਮਣੇ ਬੁਰਾ ਬਣਾ ਕੇ ਉਸਨੂੰ ਇਸ ਘਰ ਵਿੱਚ ਆਉਣ ਜਾਣ ਤੋਂ ਰੋਕ ਦੇਵੇਗੀ। ਉਹ ਮੈਨੂੰ ਲੁਕ ਛਿਪ ਕੇ ਮਿਲਦੀ ਅਤੇ ਮੈਨੂੰ ਬਹੁਤ ਪਿਆਰ ਕਰਦੀ ਹੈ, ਮੇਰੇ ਲਈ ਕੱਪੜੇ ਲਿਆਉਂਦੀ ਹੈ, ਬਹੁਤ ਸਾਰਾ ਖਾਣ ਪੀਣ ਦਾ ਸਮਾਨ ਲਿਆਉਂਦੀ ਹੈ। ਇੱਕ ਦਿਨ ਬਹੁਤ ਹੈਰਾਨੀ ਹੋਈ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਕਾਲਜ ਵਿੱਚ ਦਾਖਲੇ ਲਈ ਕਿਹਾ, ਕਿਉਂਕਿ ਇਹ ਮੇਰਾ ਪਹਿਲਾ ਅਤੇ ਆਖਰੀ ਸੁਪਨਾ ਸੀ। ਪਰ ਮੇਰੀ ਭੈਣ ਭਰਾ ਅਤੇ ਮਾਂ ਨੇ ਮਿਲ ਕੇ ਅਜਿਹਾ ਜਾਲ ਵਿਛਾ ਦਿੱਤਾ ਕਿ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ। ਪਾਪਾ ਕਿਸੇ ਤਰ੍ਹਾਂ ਮੇਰੇ ਦਾਖਲੇ ਲਈ ਰਾਜੀ ਹੋ ਗਏ। ਅੱਜ ਮੇਰਾ ਕਾਲਜ ਦਾ ਪਹਿਲਾ ਦਿਨ ਸੀ ਅਤੇ ਮੈਂ ਖੁਸ਼ੀ-ਖੁਸ਼ੀ ਘਰ ਪਰਤ ਰਹੀ ਸੀ। ਰਸਤੇ ਵਿੱਚ ਗਲਤੀ ਨਾਲ ਮੇਰਾ ID ਕਾਰਡ ਡਿੱਗ ਗਿਆ ਸੀ ਅਤੇ ਮੇਰੇ ਕਾਲਜ ਦੇ ਇੱਕ ਮੁੰਡੇ ਨੂੰ ਮਿਲ ਗਿਆ। ਮੈਂ ਰਸਤੇ ਵਿੱਚ ਹੀ ਕੁਝ ਦੂਰੀ ਤੇ ਸੀ ਜਦੋਂ ਉਹ ਮੈਨੂੰ ਬੁਲਾਉਣ ਲੱਗਾ ਤਾਂ ਮੇਰਾ ਦਿਲ ਘਬਰਾ ਗਿਆ। ਮੈਂ ਆਵਾਜ਼ ਸੁਣ ਕੇ ਰੁਕ ਗਈ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੱਥ ਵਿੱਚ ਮੇਰਾ ਪਹਿਚਾਣ ਪੱਤਰ ਲੈ ਕੇ ਖੜਾ ਸੀ। ਉਸ ਨੇ ਕਿਹਾ ਕਿ ਤੁਹਾਡਾ ਪਹਿਚਾਣ ਪੱਤਰ ਰਸਤੇ ਵਿੱਚ ਡਿੱਗ ਪਿਆ ਸੀ, ਮੈਂ ਸੋਚਿਆ ਕਿ ਤੁਹਾਨੂੰ ਇਹ ਦੇ ਦੇਵਾਂ। ਉਹ ਮੈਨੂੰ ਮੇਰਾ ਪਹਿਚਾਣ ਪੱਤਰ ਦੇ ਕੇ ਚਲਾ ਗਿਆ। ਜਦੋਂ ਮੈਂ ਘਰ ਪਰਤੀ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪਾਪਾ, ਮੰਮੀ ਅਤੇ ਮੇਰੇ ਦੋਵੇਂ ਭਰਾ ਸਾਹਮਣੇ ਖੜੇ ਸਨ ਅਤੇ ਉਹ ਮੈਨੂੰ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਉਹ ਮੈਨੂੰ ਮਾਰਨ ਜਾ ਰਹੇ ਹੋਣ। ਇੰਨਾ ਗੁੱਸਾ ਸਾਰਿਆਂ ਦੀਆਂ ਅੱਖਾਂ ਵਿੱਚ ਝਲਕ ਰਿਹਾ ਸੀ। ਮੈਂ ਡਰ ਗਈ ਤੇ ਪੁੱਛਿਆ, ਕੀ ਹੋਇਆ ਮੰਮੀ? ਉਸਨੇ ਕਿਹਾ, ਤੁਸੀਂ ਇਹ ਸਭ ਕਰਨ ਲਈ ਕਾਲਜ ਵਿੱਚ ਦਾਖਲਾ ਲਿਆ ਸੀ। ਮੈਂ ਸਮਝ ਨਹੀਂ ਸਕੀ ਕਿ ਉਹ ਸਾਰੇ ਕੀ ਕਹਿ ਰਹੇ ਸਨ। ਥੋੜੀ ਦੇਰ ਬਾਅਦ ਮੇਰੇ ਪਿਤਾ ਨੇ ਗੁੱਸੇ ਵਿੱਚ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ। ਮੈਂ ਰੋਕ ਕੇ ਪੁੱਛਿਆ, ਕੀ ਹੋਇਆ? ਆਖਰ ਮੇਰਾ ਕੀ ਕਸੂਰ ਹੈ? ਮੈਂ ਕੀ ਕੀਤਾ ਹੈ? ਪਾਪਾ ਨੇ ਗੁੱਸੇ ਨਾਲ ਕਿਹਾ, ਤੂੰ ਉਸ ਮੁੰਡੇ ਨਾਲ ਸੜਕ ਦੇ ਵਿਚਕਾਰ ਕੀ ਕਰ ਰਹੀ ਸੀ? ਮੈਂ ਆਪਣੇ ਭਰਾਵਾਂ ਵੱਲ ਦੇਖਿਆ। ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਖੁਦ ਉਸ ਮੁੰਡੇ ਨਾਲ ਦੇਖਿਆ ਹੈ। ਇੱਕ ਭਰਾ ਨੇ ਕਿਹਾ ਕਿ ਉਹ ਮੇਰੀ ਜਾਨ ਲੈ ਲਵੇਗਾ ਅਤੇ ਗੁੱਸੇ ਵਿੱਚ ਮੇਰੇ ਸਾਹਮਣੇ ਆਉਣ ਲੱਗਾ ਅਤੇ ਮੇਰੇ ਅਤੇ ਉਸ ਲੜਕੇ ਦੀ ਫੋਟੋ ਆਪਣੇ ਮੋਬਾਈਲ ਵਿੱਚ ਕਲਿੱਕ ਕਰ ਲਈ ਤਾਂ ਕਿ ਮੇਰੇ ਪਿਤਾ ਦੀਆਂ ਨਜ਼ਰਾਂ ਵਿੱਚ ਮੈਨੂੰ ਗਲਤ ਸਾਬਤ ਕਰ ਸਕੇ। ਮੈਂ ਰੋਂਦੀ ਰਹੀ ਅਤੇ ਚੀਕਾਂ ਮਾਰਦੀ ਰਹੀ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰੀ ਮਾਂ ਨੇ ਮੇਰੇ ਤੇ ਝੂਠੇ ਦੋਸ਼ ਲਾਏ। ਉਹ ਮੇਰੇ ਪਿਤਾ ਜੀ ਨੂੰ ਕਹਿਣ ਲੱਗੀ ਕਿ ਮੈਂ ਕਿਹਾ ਕਰਦੀ ਸੀ, ਫੈਜ਼ਲ, ਇਹ ਕੁੜੀ ਤੈਨੂੰ ਕਿਤੇ ਦਾ ਨਹੀਂ ਛੱਡੇਗੀ। ਇਸ ਕੁੜੀ ਨੇ ਸਾਨੂੰ ਪੂਰੇ ਇਲਾਕੇ ਵਿੱਚ ਬਦਨਾਮ ਕਰ ਦਿੱਤਾ ਹੈ। ਇਸ ਨੂੰ ਇੰਨਾ ਪੜ੍ਹਾਉਣ ਅਤੇ ਲਿਖਾਉਣ ਦੀ ਕੀ ਲੋੜ ਹੈ? ਕੋਈ ਵੀ ਰਿਸ਼ਤਾ ਦੇਖ ਕੇ ਜਲਦੀ ਇਸ ਦਾ ਵਿਆਹ ਕਰ ਦਿਓ। ਤੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹ ਮੂੰਹ ਕਾਲਾ ਕਰਕੇ ਚਲੀ ਜਾਵੇ, ਉਸ ਨੂੰ ਇਸ ਘਰ ਤੋਂ ਦੂਰ ਕਰ ਦਿਓ। ਅਤੇ ਪਿਤਾ ਨੇ ਚੀਕ ਕੇ ਕਿਹਾ, ਚਲੀ ਜਾਓ, ਮੇਰੀ ਨਜ਼ਰ ਤੋਂ ਦੂਰ ਹੋ ਜਾਓ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਸਾਰੀ ਰਾਤ ਰੋਂਦੀ ਰਹੀ ਕਿ ਮੇਰੀ ਕੀ ਗਲਤੀ ਹੈ, ਮੈਨੂੰ ਕਿਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ। ਮੈਂ ਰੋਂਦੀ ਹੋਈ ਸੌਂ ਗਈ। ਸਵੇਰੇ ਮੇਰੀ ਉਹੀ ਮਾਮੀ ਮੈਨੂੰ ਮਿਲਣ ਆਈ। ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ। ਉਹ ਮੈਨੂੰ ਰੱਬ ਵਿੱਚ ਵਿਸ਼ਵਾਸ ਰੱਖਣ ਅਤੇ ਸਬਰ ਰੱਖਣ ਲਈ ਕਹਿਣ ਲੱਗੀ ਅਤੇ ਕਿਹਾ, ਮੈਂ ਤੁਹਾਡੇ ਨਾਲ ਹਾਂ ਅਤੇ ਮੈਂ ਕੋਈ ਨਾ ਕੋਈ ਹੱਲ ਲੱਭ ਲਵਾਂਗੀ। ਇਹ ਕਹਿ ਕੇ ਉਹ ਚਲੀ ਗਈ। ਮੇਰੇ ਭਰਾਵਾਂ ਨੇ ਮੇਰੀ ਪੜ੍ਹਾਈ ਬੰਦ ਕਰ ਦਿੱਤੀ। ਮੇਰੀ ਮਾਂ ਮੈਨੂੰ ਸਾਰਾ ਦਿਨ ਤਾਨੇ ਮਾਰਦੀ ਰਹਿੰਦੀ ਸੀ। ਮੇਰੇ ਪਿਤਾ ਨੇ ਵੀ ਮੇਰੇ ਨਾਲ ਸਹੀ ਸਲੂਕ ਨਹੀਂ ਕੀਤਾ। ਇੱਕ ਦਿਨ ਮੇਰੀ ਉਹੀ ਮਾਮੀ ਘਰ ਆਈ ਅਤੇ ਮੇਰੇ ਮਾਤਾ ਪਿਤਾ ਨੂੰ ਮੇਰੇ ਬਾਰੇ ਬੁਰਾ ਭਲਾ ਬੋਲਣ ਲੱਗੀ। ਫਿਰ ਮੇਰੇ ਮੰਮੀ ਡੈਡੀ ਨੂੰ ਗੱਲਬਾਤ ਵਿੱਚ ਉਲਝਾਉਣ ਤੋਂ ਬਾਅਦ ਉਸਨੇ ਕਿਹਾ ਕਿ ਮੇਰੇ ਨਿਗਾਹ ਵਿੱਚ ਇੱਕ ਰਿਸ਼ਤਾ ਹੈ, ਜੇਕਰ ਤੁਸੀਂ ਮੈਨੂੰ ਇਜਾਜ਼ਤ ਦਿਓਗੇ ਤਾਂ ਮੈਂ ਅੱਗੇ ਗੱਲ ਕਰਾਂਗੀ। ਮਾਂ ਨੇ ਤੁਰੰਤ ਕਿਹਾ, ਹਾਂ, ਅੱਗੇ ਗੱਲ ਕਰੋ। ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਇਸ ਨੂੰ ਜਲਦੀ ਤੋਂ ਜਲਦੀ ਇਸ ਘਰੋਂ ਦਫਾ ਕਰੋ। ਮੇਰੇ ਪਿਤਾ ਜੀ ਗੁੱਸੇ ਵਿੱਚ ਸਨ। ਮੇਰੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਜੋ ਵੀ ਸਹੀ ਸਮਝੋ ਉਹ ਕਰੋ ਅਤੇ ਜਲਦੀ ਤੋਂ ਜਲਦੀ ਇਸ ਨੂੰ ਇੱਥੋਂ ਦਫਾ ਕਰੋ। ਇਹ ਕਹਿ ਕੇ ਉਹ ਚਲੇ ਗਏ। ਮੇਰੇ ਭੈਣ ਭਰਾ ਮੇਰਾ ਮਜ਼ਾਕ ਉਡਾਉਣ ਲੱਗੇ ਅਤੇ ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ।
ਮੇਰੀ ਮਾਮੀ ਮੇਰੇ ਕੋਲ ਲੁਕ ਛਿਪ ਕੇ ਆਈ ਅਤੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਬੇਟੀ ਮੈਂ ਤੇਰੇ ਨਾਲ ਹਾਂ, ਮੇਰੇ ਤੇ ਭਰੋਸਾ ਕਰ ਅਤੇ ਇਸ ਰਿਸ਼ਤੇ ਲਈ ਰਾਜੀ ਹੋ ਜਾ, ਇਹ ਹੀ ਤੇਰੀ ਕਿਸਮਤ ਹੈ। ਉਹ ਇਹ ਕਹਿ ਕੇ ਚਲੀ ਗਈ। ਮੈਂ ਸਭ ਰਿਸ਼ਤਿਆਂ ਤੋਂ ਥੱਕ ਗਈ ਸੀ ਅਤੇ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ। ਮੇਰੇ ਕੋਲ ਇਸ ਰਿਸ਼ਤੇ ਨੂੰ ਹਾਂ ਕਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੈਂ ਕਿਸਮਤ ਤੋਂ ਮਜਬੂਰ ਹੋ ਕੇ ਇਸ ਰਿਸ਼ਤੇ ਲਈ ਰਾਜੀ ਹੋ ਗਈ। ਜੇ ਮੰਮੀ ਅਤੇ ਡੈਡੀ ਚਾਹੁੰਦੇ ਤਾਂ ਉਹ ਮੇਰਾ ਵਿਆਹ ਧੂਮ-ਧਾਮ ਨਾਲ ਕਰਵਾ ਸਕਦੇ ਸਨ। ਮੈਂ ਉਹਨਾਂ ਦੇ ਪਰਿਵਾਰ ਦੀ ਵੱਡੀ ਧੀ ਸੀ, ਪਰ ਲੱਗਦਾ ਸੀ ਉਹਨਾਂ ਨੇ ਮੈਨੂੰ ਮੇਰੀ ਕਿਸਮਤ ਤੇ ਛੱਡ ਦਿੱਤਾ ਹੈ। ਪਾਪਾ ਨੇ ਘਰ ਦੀ ਭੱਜ ਦੌੜ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਸਭ ਕੁਝ ਮਾਂ ਦੇ ਹੱਥਾਂ ਵਿੱਚ ਦੇ ਦਿੱਤਾ ਸੀ। ਮੇਰੀ ਮਾਂ ਨੇ ਲੜਕੇ ਦੇ ਪਰਿਵਾਰ ਨੂੰ ਆਪਣੀ ਗਰੀਬੀ ਦੀਆਂ ਝੂਠੀਆਂ ਕਹਾਣੀਆਂ ਸੁਣਾ ਦਿੱਤੀਆਂ ਅਤੇ ਉਹਨਾਂ ਨੂੰ ਮੇਰਾ ਸਾਦਾ ਵਿਆਹ ਕਰਨ ਲਈ ਮਨਾ ਲਿਆ। ਮੈਂ ਚੁੱਪਚਾਪ ਸਾਰਾ ਕੁਝ ਦੇਖ ਰਹੀ ਸੀ ਅਤੇ ਮੈਂ ਕੀ ਕਰ ਸਕਦੀ ਸੀ। ਹੁਣ ਮੈਂ ਅੱਕ ਗਈ ਸੀ ਅਤੇ ਜਲਦੀ ਤੋਂ ਜਲਦੀ ਘਰ ਛੱਡਣਾ ਚਾਹੁੰਦੀ ਸੀ। ਬਹੁਤ ਜਲਦੀ ਅਤੇ ਸਾਦੇ ਢੰਗ ਨਾਲ ਮੇਰਾ ਵਿਆਹ ਕਰਕੇ ਮੈਨੂੰ ਵਿਦਾ ਕਰ ਦਿੱਤਾ ਗਿਆ ਅਤੇ ਮੇਰੇ ਪਿਤਾ ਜੀ ਅਤੇ ਮੇਰੇ ਭਰਾਵਾਂ ਨੇ ਵੀ ਲੜਕੇ ਬਾਰੇ ਪੁੱਛ ਪੜਤਾਲ ਕਰਨੀ ਜ਼ਰੂਰੀ ਨਹੀਂ ਸਮਝੀ। ਉਸ ਦੀ ਕਿਸੇ ਨੇ ਜਾਂਚ ਨਹੀਂ ਕੀਤੀ, ਜਿਵੇਂ ਕਿ ਉਹ ਕੀ ਕਰਦਾ ਹੈ, ਉਹ ਕੌਣ ਹੈ, ਉਹ ਕਿਹੋ ਜਿਹੇ ਲੋਕ ਹਨ, ਉਹ ਮੈਨੂੰ ਕਿਵੇਂ ਰੱਖੇਗਾ। ਉਹ ਸਭ ਤਾਂ ਆਪਣੇ ਸਿਰ ਤੋਂ ਮੇਰਾ ਬੋਝ ਉਤਾਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਕੁਝ ਵੀ ਪਤਾ ਨਹੀਂ ਕੀਤਾ। ਉਹਨਾਂ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਮੈਨੂੰ ਭੱਠੀ ਵਿੱਚ ਸੁੱਟ ਦਿੱਤਾ। ਅਤੇ ਸੱਚ ਕਹਾਂ ਤਾਂ ਮੈਂ ਵੀ ਉਹਨਾਂ ਵੱਲ ਮੂੰਹ ਮੋੜ ਕੇ ਦੇਖਣ ਲਈ ਤਿਆਰ ਨਹੀਂ ਸੀ। ਵੈਸੇ ਵੀ ਜਦੋਂ ਸਭ ਕੁਝ ਛੱਡ ਕੇ ਆਪਣੇ ਸਹੁਰੇ ਘਰ ਆਈ ਤੇ ਜਿਵੇਂ ਹੀ ਮੈਂ ਉੱਥੇ ਪੈਰ ਰੱਖਿਆ ਤਾਂ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਕਿਸਮਤ ਅਜਿਹਾ ਮੋੜ ਲੈਣ ਵਾਲੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਜਾਵੇਗਾ। ਇੰਨਾ ਆਲੀਸ਼ਾਨ ਘਰ, ਨੌਕਰ, ਉਹ ਸਭ ਕੁਝ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬੜੇ ਆਲੀਸ਼ਾਨ ਢੰਗ ਨਾਲ ਮੇਰਾ ਸਵਾਗਤ ਕੀਤਾ ਗਿਆ ਅਤੇ ਮੇਰੇ ਸਹੁਰੇ ਘਰ ਮੇਰੀ ਸੱਸ ਸਹੁਰਾ, ਮੇਰੀ ਛੋਟੀ ਨਣਦ ਅਤੇ 3 ਦਿਓਰ ਸਨ। ਮੈਂ ਸਭ ਤੋਂ ਵੱਡੀ ਨੂੰਹ ਬਣ ਕੇ ਇਸ ਘਰ ਆਈ ਸੀ। ਮੇਰੇ ਸਹੁਰੇ ਘਰ ਵਿੱਚ ਹਰ ਕਿਸੇ ਦਾ ਵਿਵਹਾਰ ਬਹੁਤ ਚੰਗਾ ਸੀ ਅਤੇ ਖਾਸ ਕਰਕੇ ਮੇਰੇ ਪਤੀ ਦਾ। ਮੇਰੇ ਪਤੀ ਨੇ ਮੇਰਾ ਬਹੁਤ ਖਿਆਲ ਰੱਖਿਆ। ਵਿਆਹ ਦੀ ਪਹਿਲੀ ਰਾਤ ਉਸਨੇ ਮੈਨੂੰ ਬਹੁਤ ਸਮਝਾਇਆ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਮੈਂ ਹੁਣ ਤੁਹਾਡੇ ਨਾਲ ਹਾਂ। ਤੁਸੀਂ ਇਸ ਘਰ ਵਿੱਚ ਆਰਾਮ ਨਾਲ ਰਹਿ ਸਕਦੇ ਹੋ। ਇਸ ਘਰ ਦੀ ਇੱਜ਼ਤ ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਸ ਘਰ ਦੇ ਲੋਕ ਤੁਹਾਨੂੰ ਬੜੇ ਪਿਆਰ ਨਾਲ ਇਸ ਘਰ ਵਿੱਚ ਲੈ ਕੇ ਆਏ ਹਨ। ਮੈਂ ਬਹੁਤ ਖੁਸ਼ ਸੀ ਅਤੇ ਮੈਂ ਸੋਚ ਰਹੀ ਸੀ ਕਿ ਰੱਬ ਨੇ ਮੈਨੂੰ ਇਹ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ ਜਿਸ ਦੀ ਮੈਨੂੰ ਬਚਪਨ ਤੋਂ ਹੀ ਉਡੀਕ ਸੀ। ਹੁਣ ਮੈਂ ਆਪਣੇ ਪਰਿਵਾਰ ਦਾ ਮੂੰਹ ਵੀ ਦੇਖਣਾ ਨਹੀਂ ਚਾਹੁੰਦੀ ਸੀ। ਮੇਰਾ ਸਵਾਗਤ ਬੜੀ ਧੂਮ-ਧਾਮ ਅਤੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਮੇਰੇ ਪਰਿਵਾਰ ਵਾਲਿਆਂ ਨੂੰ ਵੀ ਦਾਵਤ ਦਿੱਤੀ ਗਈ। ਮੇਰੇ ਪਤੀ ਨੇ ਮੈਨੂੰ ਸਮਝਾਇਆ ਕਿ ਉਹ ਜੋ ਮਰਜ਼ੀ ਹੋਣ, ਉਹ ਤੁਹਾਡੇ ਪਰਿਵਾਰਕ ਮੈਂਬਰ ਹਨ। ਉਹਨਾਂ ਨੇ ਜੋ ਵੀ ਕੀਤਾ ਉਹ ਉਹਨਾਂ ਦੀ ਗਲਤੀ ਸੀ ਅਤੇ ਪ੍ਰਮਾਤਮਾ ਨੇ ਤੁਹਾਨੂੰ ਤੁਹਾਡੇ ਸਬਰ ਦਾ ਫਲ ਦਿੱਤਾ ਹੈ। ਅਸਲ ਵਿੱਚ ਮੇਰਾ ਪਤੀ ਮੇਰੀ ਮਾਮੀ ਦਾ ਭਤੀਜਾ ਸੀ। ਉਹ ਮੇਰੇ ਨਾਲ ਹੋਏ ਸਾਰੇ ਅਤਿਆਚਾਰਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਹ ਮੇਰੇ ਕਿਸੇ ਵੀ ਭੇਦ ਤੋਂ ਅਣਜਾਣ ਨਹੀਂ ਸੀ। ਉਹ ਸਭ ਕੁਝ ਜਾਣਦਾ ਸੀ। ਜਦੋਂ ਮੇਰੇ ਪਰਿਵਾਰਕ ਮੈਂਬਰ ਸਾਡੇ ਘਰ ਆਏ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇਹ ਸਭ ਕਿਵੇਂ ਹੋਇਆ? ਅਸੀਂ ਤਾਂ ਇਸ ਨੂੰ ਅਨਾਥ ਸਮਝ ਕੇ ਵਿਦਾ ਕਰ ਦਿੱਤਾ ਸੀ ਅਤੇ ਇੰਜ ਜਾਪਦਾ ਹੈ ਜਿਵੇਂ ਇੱਥੇ ਆ ਕੇ ਇਸ ਦੀ ਕਿਸਮਤ ਜਾਗ ਗਈ ਹੋਵੇ। ਇੱਥੇ ਹਰ ਕੋਈ ਮੇਰੇ ਪਿੱਛੇ ਪਿੱਛੇ ਘੁੰਮ ਰਿਹਾ ਸੀ। ਮੇਰੀ ਨਣਦ ਅਤੇ ਦਿਓਰ ਵੀ ਭਾਬੀ ਭਾਬੀ ਕਰਦੇ ਨਹੀਂ ਥੱਕਦੇ ਸਨ ਅਤੇ ਮੇਰੀ ਸੱਸ ਅਤੇ ਸਹੁਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਜਾਣ ਪਛਾਣ ਕਰਵਾ ਰਹੇ ਸਨ। ਇੱਥੇ ਹਰ ਕੋਈ ਬਹੁਤ ਅਮੀਰ ਸੀ। ਮੇਰੇ ਪਰਿਵਾਰਕ ਮੈਂਬਰ ਕੋਨੇ ਵਿੱਚ ਖੜੇ ਸਭ ਕੁਝ ਦੇਖ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਇਹ ਸਭ ਦੇਖ ਕੇ ਮੇਰੀ ਮਾਂ ਨੂੰ ਅੱਗ ਲੱਗ ਗਈ ਹੋਵੇ। ਮੇਰੀ ਮਾਂ ਦੀ ਬੱਸ ਨਹੀਂ ਚੱਲ ਰਹੀ ਸੀ, ਨਹੀਂ ਤਾਂ ਉਹ ਮੇਰੀ ਕਿਸਮਤ ਦਾ ਦਿੱਤਾ ਇੱਥੇ ਵੀ ਖੋਹ ਲੈਂਦੀ। ਇੱਥੇ ਵੀ ਉਹ ਮੇਰੇ ਸਹੁਰਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਰੁੱਝੀ ਹੋਈ ਸੀ, ਪਰ ਕਿਸੇ ਨੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਰੱਬ ਦੀ ਮਿਹਰ ਸਦਕਾ ਹਰ ਕੋਈ ਮੈਨੂੰ ਦਿਲੋਂ ਪਿਆਰ ਕਰਦਾ ਸੀ। ਦਿਨ ਖੁਸ਼ੀ ਨਾਲ ਬੀਤ ਰਹੇ ਸਨ।
ਮੈਂ ਆਪਣੀ ਛੋਟੀ ਨਣਦ ਨਿੱਕਤ ਨੂੰ ਸਭ ਤੋਂ ਵੱਧ ਪਿਆਰ ਕਰਦੀ ਸੀ। ਮੇਰਾ ਉਸ ਨਾਲ ਬਹੁਤ ਲਗਾਅ ਹੋ ਗਿਆ ਸੀ। ਉਹ ਮੈਨੂੰ ਆਪਣੀ ਵੱਡੀ ਭੈਣ ਸਮਝਣ ਲੱਗੀ ਅਤੇ ਮੈਂ ਵੀ ਉਸਨੂੰ ਆਪਣੀਆਂ ਛੋਟੀਆਂ ਭੈਣਾਂ ਵਾਂਗ ਸਮਝਣ ਲੱਗ ਪਈ। ਉਹ ਆਪਣੇ ਬਾਰੇ ਸਭ ਕੁਝ ਮੇਰੇ ਨਾਲ ਸਾਂਝਾ ਕਰਦੀ ਸੀ। ਭਾਬੀ ਭਾਬੀ ਕਹਿੰਦੀ ਉਹ ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ। ਘਰ ਵਿੱਚ ਹਰ ਕੋਈ ਉਸਨੂੰ ਬਹੁਤ ਪਿਆਰ ਕਰਦਾ ਸੀ। ਪਤਾ ਨਹੀਂ ਕਿਉਂ ਮੈਂ ਉਸ ਵਿੱਚ ਆਪਣਾ ਬਚਪਨ ਦੇਖਦੀ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਉਦਾਸੀ ਵੇਖ ਸਕਦੀ ਸੀ। ਲੱਗਦਾ ਸੀ ਜਿਵੇਂ ਉਸਦੀ ਮੁਸਕਰਾਹਟ ਪਿੱਛੇ ਕੋਈ ਡੂੰਘਾ ਜ਼ਖਮ ਛੁਪਿਆ ਹੋਵੇ। ਅਤੇ ਫਿਰ ਮੈਂ ਇਸ ਨੂੰ ਆਪਣਾ ਭੁਲੇਖਾ ਸਮਝ ਕੇ ਅਣਦੇਖਿਆ ਕਰ ਦਿੱਤਾ। ਦਿਨ ਐਵੇਂ ਹੀ ਲੰਘਦੇ ਰਹੇ। ਮੈਂ ਆਪਣੀ ਸੱਸ ਨਾਲ ਅਜਿਹਾ ਮਹਿਸੂਸ ਕਰਦੀ ਸੀ ਜਿਵੇਂ ਉਹ ਮੇਰੀ ਸੱਸ ਨਹੀਂ ਸਗੋਂ ਮੇਰੀ ਮਾਂ ਹੋਵੇ। ਉਹ ਮੇਰੇ ਨਾਲ ਮੇਰੀ ਅਸਲ ਮਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਸੀ। ਉਹ ਮੈਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੀ ਸੀ। ਨੌਕਰ ਹੀ ਘਰ ਦਾ ਸਾਰਾ ਕੰਮ ਕਰਦੇ ਸੀ। ਮੇਰੀ ਨਣਦ ਮੇਰੇ ਕੋਲ ਆ ਕੇ ਬੈਠ ਜਾਂਦੀ ਸੀ ਅਤੇ ਮੈਨੂੰ ਕੁਝ ਕਹਿਣ ਵਾਲੀ ਹੀ ਹੁੰਦੀ, ਪਰ ਫਿਰ ਉਹ ਅਚਾਨਕ ਡਰ ਜਾਂਦੀ ਅਤੇ ਮੇਰੀ ਸੱਸ ਤੁਰੰਤ ਉੱਥੇ ਆ ਕੇ ਉਸਨੂੰ ਜੱਫੀ ਪਾ ਲੈਂਦੀ ਅਤੇ ਕਹਿੰਦੀ ਕਿ ਤੁਸੀਂ ਬਹੁਤ ਕਮਜ਼ੋਰ ਹੋ ਰਹੇ ਹੋ, ਚਲੋ ਆਰਾਮ ਕਰੋ, ਮੈਂ ਤੈਨੂੰ ਗਰਮ ਕਰਕੇ ਦੁੱਧ ਦਿੰਦੀ ਹਾਂ। ਅਤੇ ਉਸਨੂੰ ਪਿਆਰ ਨਾਲ ਆਪਣੇ ਨਾਲ ਲੈ ਜਾਂਦੀ ਅਤੇ ਆਪਣੇ ਕੋਲ ਸਵਾਉਂਦੀ। ਉਸ ਨੂੰ ਦੇਖ ਕੇ ਮੇਰੇ ਹੰਝੂ ਵਹਿ ਜਾਂਦੇ ਸਨ ਅਤੇ ਇਹ ਦੇਖ ਕੇ ਮੈਂ ਸੋਚਦੀ ਸੀ ਕਿ ਕਾਸ਼ ਮੇਰੀ ਅਸਲੀ ਮਾਂ ਮੈਨੂੰ ਬਚਪਨ ਵਿੱਚ ਨਾ ਛੱਡ ਕੇ ਜਾਂਦੀ ਤਾਂ ਉਹ ਵੀ ਮੈਨੂੰ ਇਸ ਤਰ੍ਹਾਂ ਪਿਆਰ ਕਰਦੀ। ਮੇਰੀ ਨਣਦ ਸਾਰਿਆਂ ਨੂੰ ਕਿੰਨੀ ਪਿਆਰੀ ਹੈ ਅਤੇ ਉਹ ਕਿੰਨੀ ਕਿਸਮਤ ਵਾਲੀ ਹੈ ਜੋ ਹਰ ਕਿਸੇ ਦੀ ਲਾਡਲੀ ਹੈ। ਮੈਨੂੰ ਪਤਾ ਨਹੀਂ ਸੀ ਕਿ ਕਿਸਮਤ ਮੇਰੇ ਨਾਲ ਕੀ ਖੇਡ ਖੇਡ ਰਹੀ ਸੀ। ਸਮਾਂ ਮੇਰੇ ਤੇ ਆਪਣੇ ਆਪ ਨੂੰ ਦੁਹਰਾਉਣ ਵਾਲਾ ਸੀ। ਇੱਕ ਦਿਨ ਰਾਤ ਨੂੰ ਸੌਂਦੇ ਸਮੇਂ ਮੈਨੂੰ ਕੁਝ ਅਜੀਬ ਜਿਹੀ ਆਵਾਜ਼ ਸੁਣਾਈ ਦੇਣ ਲੱਗੀਆਂ। ਮੈਂ ਭੱਜ ਕੇ ਆਪਣੀ ਸੱਸ ਦੇ ਕਮਰੇ ਵੱਲ ਚਲੀ ਗਈ। ਮੈਂ ਮਹਿਸੂਸ ਕੀਤਾ ਕਿ ਮੇਰੀ ਸੱਸ ਦੀ ਤਬੀਅਤ ਵਿਗੜ ਰਹੀ ਹੈ। ਪਰ ਜਿਵੇਂ ਹੀ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਤਾਂ ਮੇਰੀ ਸੱਸ ਨਿੱਕਿਤ ਦਾ ਸਿਰ ਦਬਾ ਰਹੀ ਸੀ। ਮੈਂ ਪੁੱਛਿਆ, ਕੀ ਹੋਇਆ ਮਾਂ? ਮਾਂ ਨੇ ਕਿਹਾ, ਕੁਝ ਨਹੀਂ, ਉਸ ਦਾ ਸਿਰ ਦਰਦ ਕਰ ਰਿਹਾ ਹੈ। ਮੈਂ ਉਸ ਦੇ ਸਿਰ ਦੀ ਮਾਲਿਸ਼ ਕਰ ਰਹੀ ਹਾਂ। ਤੁਸੀਂ ਇਸ ਲਈ ਚਾਹ ਬਣਾ ਦਿਓ। ਮੇਰਾ ਸਹੁਰਾ ਜ਼ਿਆਦਾਤਰ ਕੰਮ ਦੇ ਕਾਰਨ ਬਾਹਰ ਹੀ ਰਹਿੰਦੇ ਸੀ ਅਤੇ ਮੇਰੀ ਸੱਸ ਨਿੱਕਤ ਨੂੰ ਆਪਣੇ ਕੋਲ ਸਵਾ ਲੈਂਦੀ ਸੀ। ਉਹ ਨਿੱਕਤ ਨੂੰ ਬਹੁਤ ਪਿਆਰ ਕਰਦੀ ਸੀ, ਪਰ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਨਿੱਕਤ ਬਹੁਤ ਚਿੰਤਤ ਰਹਿੰਦੀ ਹੈ। ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਝਿਜਕ ਦਿਖਦੀ ਸੀ। ਜਦੋਂ ਮੈਂ ਉਸ ਨੂੰ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਜਾਂਦੀ ਸੀ। ਮੈਂ ਆਪਣੀ ਸੱਸ ਨਾਲ ਗੱਲ ਕੀਤੀ ਕਿ ਤੁਸੀਂ ਉਸ ਦੇ ਬਹੁਤ ਨੇੜੇ ਹੋ। ਮੈਨੂੰ ਲੱਗਦਾ ਹੈ ਜਿਵੇਂ ਨਿੱਕਤ ਸਾਡੇ ਸਾਰਿਆਂ ਤੋਂ ਕੁਝ ਲੁਕਾ ਰਹੀ ਹੈ। ਮੇਰੀ ਸੱਸ ਨੇ ਕਿਹਾ ਕਿ ਹਾਂ, ਕੁਝ ਦਿਨਾਂ ਤੋਂ ਉਹ ਅਜੀਬ ਵਿਵਹਾਰ ਕਰਨ ਲੱਗੀ ਹੈ। ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਪਤਾ ਨਹੀਂ ਸਾਡੀ ਹੱਸਦੀ ਖੇਡਦੀ ਨਿੱਕਤ ਨੂੰ ਕਿਸ ਦੀ ਨਜ਼ਰ ਲੱਗ ਗਈ। ਉਹ ਰੋਣ ਲੱਗ ਪਈ। ਮੈਂ ਉਸ ਨੂੰ ਦਿਲਾਸਾ ਦਿੱਤਾ, ਮੰਮੀ ਚਿੰਤਾ ਨਾ ਕਰੋ, ਅਸੀਂ ਸਾਰੇ ਨਿੱਕਤ ਦੇ ਨਾਲ ਹਾਂ। ਮੈਨੂੰ ਮੁੜ ਮਾਂ ਦੀ ਯਾਦ ਆ ਗਈ। ਨਿੱਕਤ ਨਾਲ ਉਸ ਦੀ ਮਾਂ ਦਾ ਪਿਆਰ ਦੇਖ ਕੇ ਮੇਰੀ ਨਣਦ ਚਿੰਤਤ ਡਰੀ ਹੋਈ ਦਿਖਾਈ ਦਿੰਦੀ ਸੀ ਅਤੇ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਹੋਵੇ, ਪਰ ਡਰ ਕਾਰਨ ਉਹ ਬੋਲਣ ਤੋਂ ਅਸਮਰਥ ਸੀ। ਇੱਕ ਦਿਨ ਉਹ ਮੇਰੇ ਕੋਲ ਦੌੜਦੀ ਹੋਈ ਆਈ ਅਤੇ ਬੋਲੀ, ਭਾਬੀ ਭਾਬੀ। ਉਹ ਕਿਸੇ ਡਰ ਵਿੱਚ ਮੈਂ ਉਸ ਦਾ ਹੱਥ ਫੜ ਲਿਆ ਅਤੇ ਉਹ ਚੱਕਰ ਖਾ ਕੇ ਉੱਥੇ ਹੀ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਮੈਂ ਸਾਰਿਆਂ ਨੂੰ ਉੱਚੀ ਆਵਾਜ਼ ਵਿੱਚ ਬੁਲਾਇਆ ਅਤੇ ਸਾਰੇ ਇਕੱਠੇ ਹੋ ਗਏ। ਸਾਰੇ ਉਸ ਨੂੰ ਹਸਪਤਾਲ ਲੈ ਗਏ। ਉਸ ਦੇ ਸਾਰੇ ਟੈਸਟ ਹੋਏ ਅਤੇ ਅਸੀਂ ਨਿੱਕਤ ਨੂੰ ਲੈ ਕੇ ਘਰ ਆ ਗਏ। 2 ਦਿਨਾਂ ਬਾਅਦ ਜਦੋਂ ਉਸ ਦੀ ਰਿਪੋਰਟ ਆਈ ਤਾਂ ਸਾਰੇ ਬਹੁਤ ਚਿੰਤਤ ਸਨ ਅਤੇ ਸਾਰੇ ਘਰ ਵਿੱਚ ਹੀ ਸਨ। ਇੰਜ ਜਾਪਦਾ ਸੀ ਜਿਵੇਂ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਤੇ ਪਹਾੜ ਡਿੱਗ ਗਿਆ ਹੋਵੇ। ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ 17 ਸਾਲ ਦੀ ਨਣਦ ਗਰਭਵਤੀ ਹੈ ਤਾਂ ਉਸ ਦੇ 4 ਭਰਾਵਾਂ ਦੀਆਂ ਅੱਖਾਂ ਗੁੱਸੇ ਨਾਲ ਭਰ ਗਈਆਂ ਅਤੇ ਹਰ ਕਿਸੇ ਨੇ ਨਿੱਕੇ ਤੋਂ ਹਜ਼ਾਰਾਂ ਸਵਾਲ ਪੁੱਛੇ ਕਿ ਇਹ ਕਦੋਂ ਹੋਇਆ, ਕਿਵੇਂ ਹੋਇਆ, ਤੁਸੀਂ ਇਸ ਪਰਿਵਾਰ ਦੀ ਇੱਜ਼ਤ ਕਿਵੇਂ ਖਰਾਬ ਕਰ ਸਕਦੇ ਹੋ। ਨਿੱਕਤ ਡਰੀ ਹੋਈ ਸੀ ਅਤੇ ਉਹ ਸਭ ਤੋਂ ਨਜ਼ਰਾਂ ਚੁਰਾ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਨਿੱਕਤ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਆਪਣੇ ਪਰਿਵਾਰਕ ਮੈਂਬਰਾਂ ਦਾ, ਕਿਉਂਕਿ ਇੰਨੀ ਛੋਟੀ ਉਮਰ ਵਿੱਚ ਅਜਿਹਾ ਕਰਨਾ ਮੇਰੇ ਲਈ ਹੈਰਾਨੀ ਦੀ ਗੱਲ ਸੀ। ਜਾਂ ਤਾਂ ਕੋਈ ਨਜ਼ਦੀਕੀ ਦੋਸ਼ੀ ਸੀ ਜਿਸ ਨੇ ਨਿੱਕਤ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਹੈ। ਮੈਂ ਵੀ ਬਹੁਤ ਹੈਰਾਨ ਸੀ, ਪਰ ਜਦੋਂ ਵੀ ਮੈਂ ਆਪਣੀ ਨਣਦ ਵੱਲ ਦੇਖਦੀ ਤਾਂ ਉਸ ਦੀਆਂ ਅੱਖਾਂ ਵਿੱਚ
ਆਪਣਾ ਬਚਪਨ ਦਿਸਦਾ। ਹਰ ਕੋਈ ਨਿਕਤ ਦੇ ਖਿਲਾਫ ਸੀ, ਪਰ ਮੇਰੀ ਸੱਸ ਨੇ ਨਿਕਤ ਨੂੰ ਨਹੀਂ ਛੱਡਿਆ। ਉਹ ਸਾਰਾ ਦਿਨ ਉਸ ਨੂੰ ਆਪਣੇ ਕਮਰੇ ਵਿੱਚ ਰੱਖਦੀ। ਜਦੋਂ ਵੀ ਮੈਂ ਉਸ ਨੂੰ ਮਿਲਣ ਜਾਂਦੀ ਤਾਂ ਉਹ ਉਸ ਦੀ ਦੇਖਭਾਲ ਵਿੱਚ ਲੱਗੀ ਹੁੰਦੀ ਸੀ। ਕਮਰੇ ਵਿੱਚ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ। ਜਦੋਂ ਮੈਂ ਨਿਕਤ ਨੂੰ ਮਿਲਣ ਜਾਂਦੀ, ਉਹ ਘਬਰਾ ਕੇ ਬੈਠੀ ਰਹਿੰਦੀ। ਮੈਂ ਉਸ ਨੂੰ ਪੁੱਛਦੀ ਅਤੇ ਕਹਿੰਦੀ, ਚਿੰਤਾ ਨਾ ਕਰ ਨਿਕਤ, ਮੈਂ ਤੇਰੇ ਨਾਲ ਹਾਂ। ਮੈਨੂੰ ਦੱਸੋ ਕਿ ਤੇਰੇ ਨਾਲ ਇਹ ਕਿਸ ਨੇ ਕੀਤਾ। ਉਸ ਨੂੰ ਉਸ ਦੇ ਗੁਨਾਹ ਦੀ ਸਜ਼ਾ ਜ਼ਰੂਰ ਮਿਲੇਗੀ। ਮੇਰੀਆਂ ਗੱਲਾਂ ਸੁਣ ਕੇ ਉਹ ਥੋੜੀ ਰਾਹਤ ਮਹਿਸੂਸ ਕਰਦੀ, ਪਰ ਫਿਰ ਉਸ ਨੇ ਮੈਨੂੰ ਅਜਿਹਾ ਇਸ਼ਾਰਾ ਕੀਤਾ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਪਰੇਸ਼ਾਨ ਹੋ ਗਈ ਅਤੇ ਮੈਂ ਉੱਥੋਂ ਉੱਠ ਕੇ ਚਲੀ ਗਈ। ਮੇਰੀ ਸੱਸ ਨੇ ਉਸ ਨੂੰ ਦਵਾਈ ਦੇ ਕੇ ਸੁਆ ਦਿੱਤਾ। ਮੈਂ ਸਾਰੀ ਰਾਤ ਸੋਚਦੀ ਰਹੀ ਕਿ ਇਹ ਕਿਵੇਂ ਹੋ ਸਕਦਾ ਹੈ। ਦੋਸ਼ੀ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਅਤੇ ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ। ਮੈਨੂੰ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਮਦਦ ਕਿਵੇਂ ਕੀਤੀ ਜਾਵੇ। ਫਿਰ ਮੇਰਾ ਦਿਲ ਕਹਿੰਦਾ ਕਿ ਇਹ ਵੀ ਸੰਭਵ ਹੈ ਕਿ ਨਿਕਤ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਗਈ ਹੈ। ਜਿਵੇਂ ਉਹ ਕਹਿ ਰਹੀ ਹੈ, ਅਜਿਹਾ ਕੁਝ ਵੀ ਨਾ ਹੋਵੇ। ਰਾਤ ਹੋਣ ਵਾਲੀ ਸੀ। ਮੈਂ ਇਹ ਸੋਚ ਹੀ ਰਹੀ ਸੀ ਕਿ ਕੁਝ ਦੇਰ ਵਿੱਚ ਹੀ ਮੇਰਾ ਪਤੀ ਕਮਰੇ ਵਿੱਚ ਆ ਗਿਆ ਅਤੇ ਨਿਕਤ ਨੂੰ ਗੁੱਸੇ ਵਿੱਚ ਗਾਲਾਂ ਕੱਢਣ ਲੱਗਾ। ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਨਿਕਤ ਬੇਕਸੂਰ ਹੋ ਸਕਦੀ ਹੈ। ਉਹ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿਣ ਲੱਗਾ ਕਿ ਮੇਰਾ ਸਿਰ ਦਰਦ ਹੋ ਰਿਹਾ ਹੈ। ਮੈਂ ਇਹ ਸੋਚ ਕੇ ਪਾਗਲ ਹੋ ਜਾਵਾਂਗਾ। ਸਾਰਾ ਖਾਨਦਾਨ ਸਾਡੇ ਤੇ ਥੂ ਥੂ ਕਰੇਗਾ ਅਤੇ ਸਾਡੇ ਸਾਰਿਆਂ ਦੇ ਪਿਆਰ ਅਤੇ ਖਾਸ ਕਰਕੇ ਮਾਂ ਦੇ ਪਿਆਰ ਨੇ ਉਸ ਨੂੰ ਇੰਨਾ ਵਿਗਾੜ ਦਿੱਤਾ ਕਿ ਉਸਨੇ ਇੰਨੀ ਵੱਡੀ ਗਲਤੀ ਕਰ ਦਿੱਤੀ। ਜਾ ਕੇ ਮਾਂ ਦੇ ਕਮਰੇ ਵਿੱਚੋਂ ਸਿਰ ਦਰਦ ਦੀਆਂ ਗੋਲੀਆਂ ਲੈ ਕੇ ਆਓ। ਮੈਂ ਤੇਜ਼ੀ ਨਾਲ ਮਾਂ ਦੇ ਕਮਰੇ ਵੱਲ ਜਾਣ ਲੱਗੀ। ਮੈਨੂੰ ਉੱਥੇ ਪਹੁੰਚੇ ਕੁਝ ਸਮਾਂ ਹੀ ਹੋਇਆ ਸੀ ਕਿ ਜਦੋਂ ਮੈਂ ਨਿਕਤ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਮੈਂ ਚੁੱਪਚਾਪ ਕਮਰੇ ਵਿੱਚ ਝਾਤੀ ਮਾਰੀ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਆਪਣੀ 17 ਸਾਲ ਦੀ ਨਣਦ ਦੇ ਨਾਲ ਮੇਰੀ ਸੱਸ। ਹੁਣ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ ਸੀ। ਮੈਂ ਲੁਕ ਕੇ ਵਾਪਸ ਆ ਗਈ। ਮੈਂ ਬਹੁਤ ਘਬਰਾ ਗਈ ਸੀ। ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਮੈਂ ਸੋਚ ਰਹੀ ਸੀ ਕਿ ਨਿਕਤ ਨਾਲ ਕੁਝ ਅਜਿਹਾ ਵੀ ਹੋ ਸਕਦਾ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਕਿਵੇਂ? ਮੈਂ ਇਹਨਾਂ ਖਿਆਲਾਂ ਵਿੱਚ ਗੁਆਚੀ ਹੋਈ ਸੀ। ਮੇਰੇ ਸਾਹਮਣੇ ਹਰ ਉਹ ਯਾਦ ਤਾਜ਼ਾ ਹੋ ਗਈ ਜੋ ਮੇਰੇ ਨਾਲ ਮੇਰੇ ਬਚਪਨ ਵਿੱਚ ਹੋਇਆ ਸੀ। ਨਹੀਂ ਤਾਂ ਮੈਂ ਨਿਕਤ ਦਾ ਸਾਥ ਨਹੀਂ ਛੱਡ ਸਕਦੀ। ਸ਼ਾਇਦ ਰੱਬ ਨੇ ਮੈਨੂੰ ਇਸੇ ਲਈ ਇਸ ਘਰ ਭੇਜਿਆ ਸੀ। ਇਹ ਸਭ ਕੁਝ ਮੇਰੇ ਦਿਲ ਵਿੱਚ ਅਜੇ ਚੱਲ ਹੀ ਰਿਹਾ ਸੀ। ਉਦੋਂ ਹੀ ਮੇਰੀ ਸੱਸ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ। ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਉਹ ਰੋਣ ਲੱਗੀ, ਕਿਰਪਾ ਕਰਕੇ ਮੇਰੀ ਨਿਕਤ ਨੂੰ ਬਚਾ ਲਓ। ਮੈਂ ਇਹ ਸਭ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਸ਼ਾਇਦ ਜਿਉਂਦੇ ਹੀ ਮਰ ਜਾਵਾਂਗੀ। ਮੈਨੂੰ ਹੌਲੀ-ਹੌਲੀ ਸਭ ਕੁਝ ਸਮਝ ਆਉਣ ਲੱਗਾ ਸੀ। ਮੈਂ ਕੁਝ ਸਵਾਲਾਂ ਦੇ ਜਵਾਬ ਲੱਭਣੇ ਸਨ ਅਤੇ ਇਸ ਅਪਰਾਧੀ ਨੂੰ ਰੰਗੇ ਹੱਥੀਂ ਫੜਨਾ ਸੀ। ਮੈਂ ਸਖਤ ਮਿਹਨਤ ਕਰ ਰਹੀ ਸੀ ਅਤੇ ਇੱਕ ਪਾਸੇ ਮੈਂ ਸੋਚ ਰਹੀ ਸੀ ਕਿ ਮੇਰਾ ਪਤੀ ਅਤੇ ਬਾਕੀ ਪਰਿਵਾਰ ਮੇਰੇ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਗੇ। ਹਰ ਰਾਤ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਲੁਕ ਕੇ ਜਾਂਦੀ ਅਤੇ ਸਬੂਤ ਤਿਆਰ ਕਰਦੀ। ਇੱਕ ਦਿਨ ਮੈਂ ਆਪਣੇ ਪਤੀ ਨਾਲ ਗੱਲਾਂ ਕਰਨ ਵਿੱਚ ਰੁੱਝੀ ਹੋਈ ਸੀ। ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ ਅਤੇ ਮੈਂ ਨਿਕਤ ਬਾਰੇ ਗੱਲ ਕਰਨ ਲੱਗੀ। ਪਰ ਜਦੋਂ ਮੇਰੇ ਪਤੀ ਦੇ ਮੂੰਹੋਂ ਇਹ ਨਿਕਲਿਆ ਕਿ ਇਸ ਨਿਕਤ ਨੂੰ ਆਪਣੀਆਂ ਅਸਲੀ ਭੈਣਾਂ ਨਾਲੋਂ ਵੱਧ ਪਿਆਰ ਕਰਦੇ ਹਾਂ ਅਤੇ ਉਸ ਨੂੰ ਕਦੇ ਵੀ ਬੇਗਾਨਾ ਨਹੀਂ ਸਮਝਿਆ, ਮੇਰੇ ਹੋਸ਼ ਉੱਡ ਗਏ। ਇਹ ਸਭ ਕੀ ਹੋ ਰਿਹਾ ਹੈ? ਮੈਂ ਭੱਜ ਕੇ ਆਪਣੀ ਮਾਮੀ ਕੋਲ ਗਈ ਜਿਸ ਨੇ ਮੇਰਾ ਵਿਆਹ ਕਰਵਾਇਆ ਸੀ। ਉਸਨੇ ਕਿਹਾ, ਬੇਟੀ, ਮੈਂ ਤੈਨੂੰ ਇਸ ਘਰ ਵਿੱਚ ਇਸ ਲਈ ਲੈ ਕੇ ਆਈ ਹਾਂ ਕਿਉਂਕਿ ਤੇਰੇ ਤੋਂ ਜ਼ਿਆਦਾ ਨਿਕਤ ਨੂੰ ਕੋਈ ਨਹੀਂ ਸਮਝ ਸਕਦਾ। ਹੁਣ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। ਤੁਸੀਂ ਹੀ ਉਸ ਦੇ ਦਰਦ ਨੂੰ ਸਮਝ ਸਕਦੇ ਹੋ। ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਘਰ ਵਾਪਸ ਆ ਗਈ ਅਤੇ ਰਾਤ ਨੂੰ ਆਪਣੀ ਸੱਸ ਦੇ ਕਮਰੇ ਵਿੱਚ ਗੁਪਤ ਤੌਰ ਤੇ ਕੈਮਰਾ ਲਗਾ ਦਿੱਤਾ ਜੋ ਹਰ ਰਾਤ ਹੋਣ ਵਾਲੀਆਂ ਹਰਕਤਾਂ ਨੂੰ ਰਿਕਾਰਡ ਕੀਤਾ ਜਾ ਸਕੇ। ਅਤੇ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗੀ ਕਿ ਕਦੋਂ ਮੈਂ ਇਸ ਨੂੰ ਦੋਸ਼ੀ ਦਾ ਰਾਜ ਸਾਰਿਆਂ ਸਾਹਮਣੇ ਖੋਲਾਂਗੀ। ਅਤੇ ਉਹ ਸਮਾਂ ਆ ਗਿਆ ਅਤੇ ਅੱਜ ਮੇਰਾ ਸਹੁਰਾ ਵੀ ਘਰ ਹੀ ਸੀ। ਮੇਰੀ ਸੱਸ ਰੋਣ ਲੱਗ ਪਈ ਅਤੇ ਉਹਨਾਂ ਨੂੰ ਨਿਕਤ ਦੀ ਗਰਭ ਅਵਸਥਾ ਬਾਰੇ ਦੱਸਣ ਲੱਗੀ। ਘਰ ਵਿੱਚ ਮੇਰੇ ਪਤੀ ਅਤੇ 3 ਦਿਓਰ ਵੀ ਮੌਜੂਦ ਸਨ। ਮੈਂ ਕਿਹਾ, ਇੱਕ ਵਾਰ ਮੇਰੀ ਗੱਲ ਸੁਣੋ ਤੇ ਫਿਰ ਨਿਕਤ ਨੂੰ ਜੋ ਮਰਜ਼ੀ ਸਜ਼ਾ ਦੇ ਦਿਓ। ਮੈਂ ਸਭ ਨੂੰ ਸੱਚ ਦੱਸ ਦਿੱਤਾ। ਪਰ ਮੇਰਾ ਪਤੀ ਮੇਰੇ ਤੇ ਹੱਥ ਚੁੱਕਣ ਲੱਗਾ ਤੇ ਬੋਲਿਆ, ਸਾਵਧਾਨ, ਜੇ ਤੁਸੀਂ ਮੇਰੀ ਮਾਂ ਨੂੰ ਇੱਕ ਹੋਰ ਸ਼ਬਦ ਵੀ ਕਿਹਾ, ਉਹ ਮੈਨੂੰ ਥੱਪੜ ਮਾਰਨ ਹੀ ਵਾਲਾ ਸੀ। ਤਾਂ ਨਿਕਤ ਨੇ ਚੀਖ ਕੇ ਮੇਰੇ ਪਤੀ ਦਾ
ਹੱਥ ਫੜ ਕੇ ਕਿਹਾ, ਬਹੁਤ ਹੋ ਗਿਆ ਭਾਈ, ਹੁਣ ਹੋਰ ਨਹੀਂ। ਮੇਰਾ ਸਬਰ ਟੁੱਟ ਗਿਆ ਹੈ। ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦੀ ਹਾਂ। ਕੁਝ ਹੀ ਦੇਰ ਵਿੱਚ ਪੁਲਿਸ ਉੱਥੇ ਪਹੁੰਚ ਗਈ ਅਤੇ ਮੇਰੀ ਸੱਸ ਨੂੰ ਗ੍ਰਿਫਤਾਰ ਕਰਨ ਲੱਗੀ। ਸਾਰੇ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੇ। ਮੈਂ ਕਿਹਾ, ਸਕਾ ਸਕਾ ਹੀ ਹੁੰਦਾ ਹੈ ਅਤੇ ਬੇਗਾਨਾ ਬੇਗਾਨਾ ਹੀ। ਮੇਰੇ ਪਤੀ ਨੇ ਕਿਹਾ, ਤੁਹਾਡਾ ਕੀ ਮਤਲਬ ਹੈ? ਮੈਂ ਕਿਹਾ, ਬਚਪਨ ਵਿੱਚ ਜੋ ਕੁਝ ਮੇਰੇ ਨਾਲ ਹੋਇਆ ਉਹ ਸਭ ਦੁਰਵਿਵਹਾਰ ਨਿਕਿਤ ਨਾਲ ਕੀਤਾ ਜਾ ਰਿਹਾ ਸੀ। ਮੈਨੂੰ 3-4 ਵਾਰ ਸ਼ੱਕ ਹੋਇਆ ਜਦੋਂ ਮੈਂ ਨਿਕਿਤ ਨੂੰ ਮਾਂ ਦੇ ਕਮਰੇ ਵਿੱਚ ਰੋਂਦੀ ਅਤੇ ਚੀਕਦੀ ਦੇਖੀ। ਮੰਮੀ ਨਿਕਿਤ ਦੇ ਵਾਲ ਪੱਟ ਕੇ ਰਾਤ ਨੂੰ ਉਸ ਨੂੰ ਕੁੱਟਦੀ ਸੀ ਅਤੇ ਉਸ ਨੂੰ ਧਮਕੀਆਂ ਦਿੰਦੀ ਸੀ, ਕਿਉਂਕਿ ਮੰਮੀ ਦੇ ਪਾਪਾ ਤੋਂ 4 ਪੁੱਤਰ ਸਨ ਅਤੇ ਨਿਕਿਤ ਮੰਮੀ ਦੀ ਮਤਰੇਈ ਧੀ ਸੀ ਅਤੇ ਪਾਪਾ ਦੀ ਜ਼ਿਆਦਾਤਰ ਜਾਇਦਾਦ ਨਿਕਿਤ ਦੇ ਨਾਮ ਸੀ। ਉਹ ਉਸ ਨੂੰ ਕਿਸੇ ਵੀ ਤਰੀਕੇ ਨਾਲ ਸ਼ਰਮਿੰਦਾ ਕਰਕੇ ਇਸ ਘਰੋਂ ਬਾਹਰ ਕੱਢ ਦੇਣਾ ਚਾਹੁੰਦੀ ਸੀ, ਜਾਂ ਉਹ ਉਸ ਨੂੰ ਪਾਗਲ ਸਾਬਤ ਕਰਕੇ ਮੈਂਟਲ ਹਸਪੀਟਲ ਭੇਜਣਾ ਚਾਹੁੰਦੀ ਸੀ। ਅਤੇ ਤੁਸੀਂ ਸਾਰੇ ਸਾਲਾਂ ਤੋਂ ਇਸ ਗੱਲ ਤੋਂ ਅਣਜਾਣ ਸੀ, ਕਿਉਂਕਿ ਤੁਹਾਡੇ ਸਾਹਮਣੇ ਉਹ ਨਿਕਿਤ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ। ਪਰ ਕਿਸਮਤ ਦੀ ਗੱਲ ਦੇਖੋ, ਰੱਬ ਨੇ ਮੈਨੂੰ ਭੇਜਿਆ ਤਾਂ ਜੋ ਕੁਝ ਮੇਰੇ ਬਚਪਨ ਵਿੱਚ ਮੇਰੇ ਨਾਲ ਹੋਇਆ ਸੀ ਉਹ ਕਿਸੇ ਹੋਰ ਲੜਕੀ ਨਾਲ ਦੁਬਾਰਾ ਨਾ ਹੋਵੇ। ਪਹਿਲਾਂ ਤਾਂ ਮੈਨੂੰ ਮਾਂ ਦਾ ਨਿਕਿਤ ਨਾਲ ਪਿਆਰ ਭਰਿਆ ਵਤੀਰਾ ਦੇਖ ਕੇ ਮੇਰੀ ਮਾਂ ਬਹੁਤ ਯਾਦ ਆਉਂਦੀ ਸੀ, ਪਰ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਜਿਸ ਦਿਨ ਤੁਸੀਂ ਮੈਨੂੰ ਦੱਸਿਆ ਸੀ ਕਿ ਨਿਕਿਤ ਤੁਹਾਡੀ ਅਸਲੀ ਭੈਣ ਨਹੀਂ ਹੈ ਤੇ ਤੁਹਾਡੀ ਮਤਰੇਈ ਭੈਣ ਹੈ। ਇਸ ਲਈ ਮੈਂ ਭੱਜ ਕੇ ਆਪਣੀ ਮਾਮੀ ਕੋਲ ਗਈ ਅਤੇ ਮਾਮੀ, ਜੋ ਕਿ ਨਿਕਿਤ ਦੀ ਮਾਂ ਅਤੇ ਨਿਕਿਤ ਬਾਰੇ ਸਭ ਕੁਝ ਜਾਣਦੀ ਸੀ, ਮੈਨੂੰ ਸਭ ਕੁਝ ਦੱਸਣ ਲੱਗੀ ਕਿ ਕਿਵੇਂ ਨਿਕਿਤ ਦੇ ਪਿਤਾ ਦੇ ਸਾਹਮਣੇ ਨਿਕਿਤ ਦੀ ਮਾਂ ਨੂੰ ਗਲਤ ਸਾਬਿਤ ਕਰਕੇ ਅਤੇ ਪੈਸਿਆਂ ਦੇ ਲਾਲਚ ਕਾਰਨ ਨਿਕਿਤ ਦੀ ਮਾਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਸਨੇ ਸਾਰੀ ਉਮਰ ਤੁਹਾਨੂੰ ਧੋਖਾ ਦਿੱਤਾ। ਇਹ ਸਭ ਕਹਿਣ ਤੋਂ ਬਾਅਦ ਵੀ ਮੇਰੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਸੀ। ਪੁਲਿਸ ਪਹਿਲਾਂ ਹੀ ਮੇਰੀ ਸੱਸ ਨੂੰ ਚੁੱਕ ਕੇ ਲੈ ਗਈ ਸੀ। ਨਿਕਿਤ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਅਤੇ ਸਾਰਿਆਂ ਨੂੰ ਸੱਚ ਦੱਸ ਦਿੱਤਾ, ਪਰ ਕੋਈ ਵੀ ਮੇਰਾ ਸਾਥ ਦੇਣ ਲਈ ਤਿਆਰ ਨਹੀਂ ਸੀ। ਮੇਰੇ ਸਹੁਰੇ ਨੇ ਕਿਹਾ ਕਿ ਹਾਂ, ਮੈਂ ਗਲਤੀ ਜ਼ਰੂਰ ਕੀਤੀ ਹੈ, ਸ਼ਾਇਦ ਕੁੜੀ ਸਹੀ ਹੈ। ਜਦੋਂ ਮੇਰਾ ਸਹੁਰਾ ਰੋਣ ਲੱਗਾ ਤਾਂ ਮੈਂ ਕਿਹਾ, ਪਾਪਾ ਤੁਸੀਂ ਸਭ ਨੂੰ ਸੱਚ ਦੱਸ ਦਿਓ। ਪਾਪਾ ਨੇ ਕਿਹਾ, ਮੈਂ ਆਪਣੀ ਪਹਿਲੀ ਪਤਨੀ ਦੇ ਕਹਿਣ ਤੇ ਨਿਕਿਤ ਦੀ ਮਾਂ ਨਾਲ ਦੂਜੀ ਵਾਰ ਵਿਆਹ ਕੀਤਾ ਸੀ ਅਤੇ ਜਦੋਂ ਉਸਨੇ ਆਪਣੀ ਸਾਰੀ ਜਾਇਦਾਦ ਮੇਰੇ ਨਾਂ ਕਰ ਦਿੱਤੀ ਤਾਂ ਮੈਂ ਉਸ ਤੇ ਝੂਠੇ ਇਲਜ਼ਾਮ ਲਾਏ ਅਤੇ ਉਸ ਨੂੰ ਘਰੋਂ ਕੱਢ ਦਿੱਤਾ, ਪਰ ਇਹ ਸਭ ਆਪਣੀ ਪਤਨੀ ਦੇ ਕਹਿਣ ਤੇ ਕੀਤਾ। ਅਤੇ ਹੁਣ ਮੈਂ ਸਮਝ ਗਿਆ ਕਿ ਉਹ ਔਰਤ ਮੇਰੇ ਨਾਲ ਕਿਹੜੀ ਖੇਡ ਖੇਡ ਰਹੀ ਸੀ। ਨਿਕਿਤ ਦੀ ਮਾਂ ਕੁਝ ਸਾਲਾਂ ਬਾਅਦ ਇਸ ਦੁਨੀਆ ਤੋਂ ਚਲੀ ਗਈ, ਪਰ ਉਹਨਾਂ ਦੀ ਸਾਰੀ ਦੌਲਤ ਨਿਕਿਤ ਦੇ ਨਾਂ ਤੇ ਹੈ। ਉਹ ਸਾਨੂੰ ਇੰਨੇ ਸਾਲਾਂ ਤੋਂ ਬਿਨਾਂ ਕਿਸੇ ਕਾਰਨ ਤੇ ਧੋਖਾ ਦੇ ਰਹੀ ਸੀ ਅਤੇ ਮੈਂ ਕਦੇ ਸਮਝ ਨਹੀਂ ਸਕਿਆ ਅਤੇ ਅਣਜਾਣ ਰਿਹਾ। ਇਹ ਤੋਂ ਬਾਅਦ ਮੈਂ ਸਭ ਕੁਝ ਉਸਦੇ ਹੱਥਾਂ 'ਚ ਛੱਡ ਦਿੱਤਾ ਅਤੇ ਮੇਰੇ ਵੱਲੋਂ ਨਿਕਿਤ ਦੀ ਮਾਂ ਤੇ ਕੀਤਾ ਗਿਆ ਸ਼ੱਕ ਵੀ ਝੂਠਾ ਸੀ। ਇਸ ਔਰਤ ਨੇ ਸਾਡੇ ਵਿਚਕਾਰ ਗਲਤਫਹਿਮੀਆਂ ਪੈਦਾ ਕਰ ਦਿੱਤੀ ਅਤੇ ਬੇਕਸੂਰ ਹੋਣ ਦਾ ਬਹਾਨਾ ਲਗਾ ਕੇ ਤਮਾਸ਼ਾ ਦੇਖਣ ਲੱਗੀ। ਉਹ ਰੋਣ ਲੱਗ ਪਏ ਤੇ ਕਹਿਣ ਲੱਗੇ, ਨਿਕਿਤ ਮੈਨੂੰ ਮਾਫ ਕਰ ਦਿਓ ਮੇਰੀ ਬੇਟੀ, ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਇਹ ਸਭ ਹੋਣ ਤੋਂ ਬਾਅਦ ਉਸਦੇ ਚਾਰੇ ਪੁੱਤਰ ਰੋਣ ਲੱਗੇ ਅਤੇ ਕਹਿਣ ਲੱਗੇ ਕਿ ਨਹੀਂ, ਸਾਡੀ ਮਾਂ ਅਜਿਹਾ ਨਹੀਂ ਕਰ ਸਕਦੀ। ਮੈਨੂੰ ਯਕੀਨ ਸੀ ਕਿ ਮੇਰਾ ਪਤੀ ਸਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰੇਗਾ। ਇਹ ਸਪਸ਼ਟ ਹੈ ਕਿ ਉਹ ਉਸਦੀ ਅਸਲੀ ਮਾਂ ਹੈ। ਫਿਰ ਉਹ ਮੈਨੂੰ ਕੈਮਰਾ ਯਾਦ ਆਇਆ। ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਅਤੇ ਸੱਸ ਦੇ ਕਮਰੇ ਵਿੱਚ ਲਗਾਇਆ ਕੈਮਰਾ ਲਿਆਈ ਅਤੇ ਆਪਣੇ ਪਤੀ ਨੂੰ ਦਿੰਦੇ ਹੋਏ ਮੈਂ ਕਿਹਾ, ਇਹ ਲਓ ਸਬੂਤ ਜਿਸ ਵਿੱਚ ਤੁਹਾਡੀ ਮਾਂ ਦੀਆਂ ਸਾਰੀਆਂ ਹਰਕਤਾਂ ਮੌਜੂਦ ਹਨ ਜੋ ਕਿ ਨਿਕਿਤ ਇੰਨੇ ਸਮੇਂ ਤੋਂ ਬਰਦਾਸ਼ਤ ਕਰ ਰਹੀ ਹੈ। ਉਸ ਕੈਮਰੇ ਦੀ ਵੀਡੀਓ ਦੇਖ ਕੇ ਚਾਰੇ ਭਰਾ ਵੀ ਰੋਣ ਲੱਗੇ ਕਿ ਕਿਵੇਂ ਉਹ ਉਸ ਨੂੰ ਡਰਾਉਂਦੀ ਸੀ। ਫਿਰ ਅਚਾਨਕ ਮੇਰੇ ਮਨ ਵਿੱਚ ਆਇਆ ਅਤੇ ਕਿਹਾ ਕਿ ਨਿਕਿਤ, ਕੀ ਤੁਸੀਂ ਗਰਭਵਤੀ ਹੋ? ਉਸਨੇ ਰੋਂਦੇ ਹੋਏ ਕਿਹਾ, ਭਾਬੀ ਮੈਂ ਅਜਿਹਾ ਕੋਈ ਅਪਰਾਧ ਨਹੀਂ ਕੀਤਾ ਹੈ। ਤੁਹਾਡੀਆਂ ਨਜ਼ਰਾਂ ਵਿੱਚ ਮੈਨੂੰ ਗਲਤ ਸਾਬਤ ਕਰਨ ਲਈ ਮੰਮੀ ਨੇ ਇੱਕ ਝੂਠੀ ਰਿਪੋਰਟ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਈ ਸੀ ਅਤੇ ਡਾਕਟਰ ਵੀ ਪੈਸੇ ਦੇ ਲਾਲਚ ਵਿੱਚ ਮੰਮੀ ਨਾਲ ਮਿਲੇ ਹੋਏ ਸੀ। ਉਹ ਮੈਨੂੰ ਬੇਹੋਸ਼ੀ ਦੀ ਦਵਾਈ ਦਿੰਦੀ ਰਹੀ ਅਤੇ ਮੇਰੀ ਸਿਹਤ ਦਿਨੋਂ ਦਿਨ ਵਿਗੜਦੀ ਗਈ। ਚਾਰੇ ਭਰਾ ਨਿਕਿਤ ਦੇ ਸਾਹਮਣੇ ਬਹੁਤ ਸ਼ਰਮਿੰਦਾ ਹੋ ਗਏ ਅਤੇ ਰੋਣ ਲੱਗ ਪਏ ਅਤੇ ਮਾਫੀ ਮੰਗਣ ਲੱਗੇ
ਕਿ ਇਹ ਸਭ ਉਹਨਾਂ ਦੀ ਮਾਂ ਨੇ ਕੀਤਾ ਹੈ। ਅਸੀਂ ਇਸ ਗੱਲ ਤੋਂ ਜਾਣੂ ਨਹੀਂ ਸੀ ਅਤੇ ਅੱਜ ਆਖਰਕਾਰ ਸੱਚ ਸਾਡੇ ਸਾਹਮਣੇ ਆ ਗਿਆ। ਮੰਮੀ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਅਸੀਂ ਸਾਰੇ ਵੀਰ ਨਿਕਟ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਤੇ ਹੋਏ ਜ਼ੁਲਮਾਂ ਦੇ ਜ਼ਿੰਮੇਵਾਰ ਵੀ ਹਾਂ। ਜੇ ਹੋ ਸਕੇ ਤਾਂ ਸਾਨੂੰ ਮਾਫ਼ ਕਰ ਦਿਓ। ਤੂੰ ਸਾਡੀ ਲਾਡਲੀ ਭੈਣ ਸੀ ਅਤੇ ਅੱਜ ਵੀ ਹੋ ਅਤੇ ਹਮੇਸ਼ਾ ਰਹੋਗੇ। ਅਸੀਂ ਤੁਹਾਨੂੰ ਕਦੇ ਮਤਰੇਈ ਭੈਣ ਨਹੀਂ ਸਮਝਿਆ। ਮੰਮੀ ਨੂੰ ਜੇਲ੍ਹ ਹੋ ਗਈ ਸੀ। ਅਸੀਂ ਸਾਰੇ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗ ਪਏ। ਪੜ੍ਹਾ ਲਿਖਾ ਕੇ ਅਸੀਂ ਨਿਕਟ ਦਾ ਚੰਗੇ ਘਰ ਵਿੱਚ ਵਿਆਹ ਕਰਵਾ ਦਿੱਤਾ ਤੇ ਮੇਰੇ ਸਹੁਰੇ ਨੇ ਵੀ ਆਪਣਾ ਸਾਰੀ ਜਾਇਦਾਦ ਨਿਕਟ ਦੇ ਨਾਂ ਕਰ ਦਿੱਤੀ ਸੀ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਪਰਮਾਤਮਾ ਨੇ ਸਾਨੂੰ ਇੱਕ ਧੀ ਅਤੇ ਇੱਕ ਪੁੱਤਰ ਦੋਵਾਂ ਨੂੰ ਬਖਸ਼ਿਸ਼ ਕੀਤੀ ਸੀ। ਮੇਰੇ 3 ਛੋਟੇ ਦਿਓਰ ਦੇ ਵੀ ਵਿਆਹ ਹੋ ਗਏ ਸਨ, ਪਰ ਕਾਫੀ ਸਮੇਂ ਬਾਅਦ ਮੇਰੇ ਪਿਤਾ ਜੀ ਮੇਰੇ ਘਰ ਆਏ ਅਤੇ ਮੇਰੇ ਤੋਂ ਮਾਫੀ ਮੰਗਣ ਲੱਗੇ ਅਤੇ ਮੈਨੂੰ ਦੱਸਿਆ ਕਿ ਮੇਰੀ ਮਤਰੇਈ ਮਾਂ ਅਤੇ 3 ਭੈਣ ਭਰਾ ਇੱਕ ਦੁਰਘਟਨਾ ਵਿੱਚ ਮਰ ਗਏ ਸਨ ਅਤੇ ਮੇਰੀ ਮਾਂ ਆਖਰੀ ਸਾਹ ਲੈ ਰਹੀ ਸੀ। ਉਸਨੇ ਜਾਂਦੇ ਸਮੇਂ ਪਿਤਾ ਜੀ ਨੂੰ ਸਾਰੀ ਸੱਚਾਈ ਦੱਸ ਦਿੱਤੀ। ਇਹ ਸਭ ਸੁਣ ਕੇ ਮੈਂ ਰੋਂਦੇ ਹੋਏ ਉਹਨਾਂ ਨੂੰ ਜੱਫੀ ਪਾ ਲਈ ਅਤੇ ਮੈਂ ਉਹਨਾਂ ਨੂੰ ਦਿਲੋਂ ਸਵੀਕਾਰ ਕਰ ਲਿਆ। ਖੈਰ, ਸ਼ਾਇਦ ਰੱਬ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਜ਼ੁਲਮਾਂ ਦੀ ਇਸ ਤਰ੍ਹਾਂ ਸਜ਼ਾ ਦਿੱਤੀ। ਗਲਤ ਕੰਮਾਂ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ। ਮਨੁੱਖਾਂ ਦੁਆਰਾ ਕੀਤੇ ਗਏ ਅਪਰਾਧਾਂ ਦੀ ਸਜ਼ਾ ਇਸ ਸੰਸਾਰ ਵਿੱਚ ਹੀ ਮਿਲ ਜਾਂਦੀ ਹੈ। ਜਦੋਂ ਰੱਬ ਦੀ ਸੋਟੀ ਪੈਂਦੀ ਹੈ ਤਾਂ ਬੰਦਾ ਬੇਕਾਰ ਹੋ ਜਾਂਦਾ ਹੈ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।